ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ, ਅੱਜ ਆਪਾਂ ਇਸ ਵਿਸ਼ੇ 'ਤੇ ਚਰਚਾ ਕਰਨੀ ਆ ਕਿ ਦੁੱਖ ਮੁਸੀਬਤ ਜਿਹੜੇ ਆ ਇਹਨਾਂ ਨੂੰ ਅਸੀਂ ਕਿਵੇਂ ਫੇਸ ਕਰਨਾ, ਕਿਵੇਂ ਇਹਨਾਂ ਦਾ ਸਾਹਮਣਾ ਕਰਨਾ। ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਗੁਰੂ ਸਾਹਿਬਾਨ ਨੇ ਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿਣ ਤੋਂ ਭਾਵ ਕਿ ਦੁੱਖ ਅਤੇ ਸੁੱਖ ਜਿਹੜੇ ਆ ਕੱਪੜਿਆਂ ਦੀ ਤਰ੍ਹਾਂ ਵਾ। ਇਹ ਜਿਵੇਂ ਮਨੁੱਖ ਕੱਪੜੇ ਪਹਿਨਦਾ ਵਾ, ਇਵੇਂ ਦੁੱਖ ਅਤੇ ਸੁੱਖ ਜਿਹੜੇ ਆ ਇਹਨਾਂ ਨੂੰ ਜਿਹੜਾ ਹੰਢਾਉਣਾ ਪੈਂਦਾ। ਦੁੱਖ ਅਤੇ ਸੁੱਖ ਜਿਵੇਂ ਦਿਨ ਅਤੇ ਰਾਤ, ਧੁੱਪ ਅਤੇ ਛਾਂ, ਇਸੇ ਤਰ੍ਹਾਂ ਜਿਹੜੇ ਦੁੱਖ ਸੁੱਖ ਆ ਉਹ ਜ਼ਿੰਦਗੀ ਵਿੱਚ ਆਉਂਦੇ ਰਹਿਣੇ ਆ। ਜਦੋਂ ਤੋਂ ਹੀ ਮਨੁੱਖ ਨੇ ਆਪਣੀ ਹੋਂਦ ਸੰਭਾਲੀ ਆ, ਹੋਂਦ ਵਿੱਚ ਆਇਆ ਵਾ, ਅਤੇ ਦੁੱਖ ਮੁਸੀਬਤਾਂ ਜਿਹੜੀਆਂ ਵਾ ਉਹ ਨਾਲ ਨਾਲ ਚੱਲਦੀਆਂ ਆਈਆਂ। ਪਰ ਇਹ ਆ ਕਿ ਕੁਝ ਲੋਕ ਜਿਹੜੇ ਆ ਦੁੱਖਾਂ ਨੂੰ ਜਿਹੜਾ ਵਾ ਜ਼ਿਆਦਾ ਦਿਲ 'ਤੇ ਲਾ ਬਹਿੰਦੇ ਆ, ਘਬਰਾ ਜਾਂਦੇ ਆ, ਦਿਲ ਛੱਡ ਦਿੰਦੇ ਆ। ਪਰ ਕੁਝ ਲੋਕ ਜਿਹੜੇ ਅਜਿਹੇ ਹੁੰਦੇ ਆ ਜਿਹੜੇ ਦੁੱਖਾਂ ਨੂੰ ਦੁੱਖ ਨਹੀਂ ਸਮਝਦੇ, ਸਗੋਂ ਤਗੜੇ ਹੋ ਕੇ ਉਹਨਾਂ ਦਾ ਸਾਹਮਣਾ ਕਰਦੇ ਆ ਅਤੇ ਆਪਣੇ ਜੀਵਨ ਦੇ ਵਿੱਚ ਅੱਗੇ ਵੱਧਦੇ ਆ। ਸੋ ਦੁੱਖਾਂ ਸੁੱਖਾਂ ਨੇ ਜਿਹੜਾ ਜ਼ਿੰਦਗੀ ਵਿੱਚ ਆਉਣਾ ਹੀ ਆ। ਜਿਵੇਂ ਹਨੇਰੇ ਦੇ ਵਿੱਚ ਚੰਦਰਮਾ ਤਾਰੇ ਚਮਕਦੇ ਆ, ਇਸੇ ਤਰ੍ਹਾਂ ਹੀ ਜਿਹੜੇ ਮਨੁੱਖ ਜਿਹੜੇ ਆ ਹਿੰਮਤ ਵਾਲੇ, ਹੌਸਲੇ ਵਾਲੇ, ਉਹ ਦੁੱਖਾਂ ਵਿੱਚ ਆਪਣੀ ਚਮਕ ਨਹੀਂ ਗਾਉਂਦੇ। ਕਹਿਣ ਤੋਂ ਭਾਵ ਉਹ ਦਿਲ ਨਹੀਂ ਛੱਡਦੇ ਔਰ ਆਪਣੀ ਜਿਹੜੀ ਆ ਚਾਲ ਜਿਹੜੀ ਰੋਸ਼ਨੀ ਬਰਕਰਾਰ ਰੱਖਦੇ ਆ, ਅੱਗੇ ਵੱਧਦੇ ਰਹਿੰਦੇ ਆ। ਫਰੀਦ ਸਾਹਿਬ ਨੇ ਵੀ ਲਿਖਿਆ ਵਾ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਏ ਜੱਗ, ਉੱਚੇ ਚੜ੍ਹ ਕੇ ਵੇਖਿਆ ਤਾਂ ਘਰ ਘਰ ਇਹੋ ਅੱਗ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਫਰਮਾਇਆ, ਫਰੀਦ ਸਾਹਿਬ ਨੇ, ਕਿ ਹਰ ਘਰ ਦੇ ਵਿੱਚ ਕੋਈ ਕਿਸੇ ਨਾ ਕਿਸੇ ਵਜ੍ਹਾ ਕਰਕੇ ਹਰ ਮਨੁੱਖ ਜਿਹੜਾ ਉਹ ਦੁਖੀ ਆ। ਉਹ ਸੋਚਦੇ ਆ, ਕਹਿੰਦੇ ਆ ਕਿ ਮੈਂ ਜਾਣਿਆ ਕਿ ਸਮਝਿਆ ਕਿ ਮੈਂ ਖਣੀ ਦੁਖੀ ਹਾਂ। ਪਰ ਜਦੋਂ ਕਹਿੰਦੇ ਮੈਂ ਜਾ ਕੇ ਘਰ ਘਰ ਵੇਖਿਆ, ਲੋਕਾਂ ਦੇ ਹਾਲ ਸੁਣੇ, ਤਾਂ ਫਿਰ ਇੰਝ ਲੱਗਾ ਕਿ ਜਿਵੇਂ ਸਾਰਾ ਸੰਸਾਰ ਹੀ ਦੁਖੀ ਆ। ਕਹਿਣ ਤੋਂ ਭਾਵ ਕਿ ਸਾਰਾ ਸੰਸਾਰ ਹੀ ਦੁੱਖਾਂ ਦਾ ਘਰ ਆ। ਔਰ ਗੁਰੂ ਨਾਨਕ ਸਾਹਿਬ ਨੇ ਵੀ ਲਿਖਿਆ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਕਹਿੰਦੇ ਜਿਹੜੇ ਨਾਮ ਦਾ ਸਿਮਰਨ ਕਰਦੇ ਆ, ਜਿਹੜੇ ਪ੍ਰਭੂ ਦੀ ਓਟ ਟੇਕ ਲੈਂਦੇ ਆ, ਹੌਸਲਾ ਰੱਖਦੇ, ਹਿੰਮਤ ਰੱਖਦੇ ਆ, ਉਹ ਜਿਹੜੇ ਅਸਲ ਦੇ ਵਿੱਚ ਦੁੱਖ ਨੂੰ ਦੁੱਖ ਨਹੀਂ ਸਮਝਦੇ, ਅਤੇ ਉਹ ਨਾਮ ਸਿਮਰਨ ਰਾਹੀਂ ਜਿਹੜਾ ਦੁੱਖ ਨੂੰ ਸੁੱਖ ਵਿੱਚ ਤਬਦੀਲ ਕਰ ਲੈਂਦੇ, ਜਾਣੀ ਕਿ ਉਹਨੂੰ ਦੁੱਖ ਨੂੰ ਮਹਿਸੂਸ ਨਹੀਂ ਕਰਦੇ। ਗੁਰੂ ਤੇਗ ਬਹਾਦਰ ਜੀ ਨੇ ਵੀ ਫਰਮਾਇਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੈ। ਕਿ ਜਿਹੜਾ ਮਨੁੱਖ ਦੁੱਖ ਨੂੰ ਦੁੱਖ ਨਹੀਂ ਸਮਝਦਾ, ਦੁੱਖ ਸੁੱਖ ਦੋਨੋਂ ਸਮ ਕਰ ਜਾਣਦਾ, ਇੱਕੋ ਜਿਹੇ ਜਾਣਦਾ, ਔਰ ਸੋਨੇ ਨੂੰ ਜਿਹੜਾ ਵਾ ਉਹ ਮਿੱਟੀ ਦੇ ਨਿਆਈ ਸਮਝਦਾ ਵਾ। ਕਹਿਣ ਤੋਂ ਭਾਵ ਅਸੀਂ ਦੁਖੀ ਕਿਉਂ ਹੁੰਦੇ ਹਾਂ ਜਦੋਂ ਸਾਡੇ ਕੋਲੋਂ ਕੋਈ ਕੁਝ ਖੁੱਸ ਜਾਂਦਾ ਵਾ, ਚੋਰੀ ਹੋ ਜਾਂਦਾ ਵਾ, ਜਾਂ ਕੋਈ ਵੀ ਵਜ੍ਹਾ ਹੋ ਸਕਦੀ ਦੁੱਖ ਦੀ। ਸਰੀਰਕ ਦੁੱਖ ਵੀ ਹੋ ਸਕਦੇ ਆ, ਮਾਨਸਿਕ ਦੁੱਖ ਵੀ ਹੋ ਸਕਦੇ ਆ, ਆਰਥਿਕ ਦੁੱਖ ਵੀ ਹੋ ਸਕਦੇ ਆ। ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਆਉਂਦੀਆਂ, ਪਰ ਅਸੀਂ ਇਹਨਾਂ ਪਰੇਸ਼ਾਨੀਆਂ ਦਾ ਜਿਹੜਾ ਹੱਲ ਲੱਭਣਾ ਵਾ। ਅਸੀਂ ਇਹਨਾਂ ਪਰੇਸ਼ਾਨੀਆਂ ਦਾ ਕੋਈ ਸਕਾਰਾਤਮਕ ਸੋਚ ਸੋਚਣੀ ਆ, ਪੋਜ਼ੀਟਿਵ ਰਹਿਣਾ ਵਾ, ਨੈਗੇਟਿਵ ਨਹੀਂ ਹੋਣਾ, ਅਤੇ ਅੱਗੇ ਵੱਧਦੇ ਰਹਿਣਾ ਵਾ। ਕਿਉਂਕਿ ਅੱਗੇ ਵਧਣਾ ਜਾਂ ਚੱਲਣਾ ਹੀ ਜ਼ਿੰਦਗੀ ਦਾ ਨਾਮ ਆ। ਦੁੱਖ ਸੁੱਖ ਜਿਹੜੇ ਆ ਇਹਨਾਂ ਨੇ ਲਗਾਤਾਰ ਜ਼ਿੰਦਗੀ ਦੇ ਵਿੱਚ ਹਰੇਕ ਮਨੁੱਖ ਦੇ ਵਿੱਚ ਆਉਂਦੇ, ਜਿਹੜੇ ਦੁੱਖ ਦਾ ਮੁਕਾਬਲਾ ਕਰਦੇ ਆ। ਹੁਣ ਜੇਕਰ ਬੱਚੇ ਜਿਹੜੇ ਇਮਤਿਹਾਨਾਂ ਨੂੰ ਦੁੱਖ ਸਮਝ ਲੈਣ, ਅਤੇ ਫਿਰ ਉਹਨਾਂ ਦੇ ਇਮਤਿਹਾਨ ਕਿੱਦਾਂ ਹੋਣਗੇ। ਉਹ ਆਪਣੇ ਇਮਤਿਹਾਨਾਂ ਨੂੰ ਆਪਣੇ ਪੜ੍ਹਾਈ ਕਰਕੇ ਤਿਆਰੀ ਕਰਦੇ, ਫਿਰ ਇਮਤਿਹਾਨ ਦਿੰਦੇ, ਫਿਰ ਪਾਸ ਹੁੰਦੇ ਆ। ਕਹਿਣ ਤੋਂ ਭਾਵ ਇਹਨਾਂ ਤੋਂ ਡਰਨਾ ਨਹੀਂ,
ਜਿਵੇਂ ਬੱਚੇ ਇਮਤਿਹਾਨਾਂ ਦੀ ਤਿਆਰੀ ਕਰਕੇ ਪਾਸ ਹੁੰਦੇ ਆ, ਚੰਗੇ ਨੰਬਰ ਖੱਟਦੇ ਆ, ਫਸਟ ਵੀ ਆਉਂਦੇ ਆ, ਸੈਕਿੰਡ ਵੀ ਆਉਂਦੇ ਆ, ਇਸੇ ਤਰ੍ਹਾਂ ਅਸੀਂ ਵੀ ਜ਼ਿੰਦਗੀ ਵਿੱਚ ਦੁੱਖਾਂ ਦਾ ਮੁਕਾਬਲਾ ਕਰਕੇ ਅਤੇ ਜਿਹੜੇ ਆ ਇਹਨਾਂ ਦੇ ਹੱਲ ਲੱਭ ਕੇ ਅਸੀਂ ਕਾਮਯਾਬ ਹੋਣਾ ਵਾ। ਸੋ ਮੇਰੀ ਕਹਿਣ ਤੋਂ ਮੁਰਾਦ ਦੋਸਤੋ ਇਹ ਆ ਸਾਧ ਸੰਗਤ ਜੀ ਸਾਰਿਆਂ ਨੂੰ ਕਿ ਦੁੱਖ ਸੁੱਖ ਜਿਹੜਾ ਵਾ ਇਹ ਜ਼ਿੰਦਗੀ ਦਾ ਸੁਮੇਲ ਆ, ਇਹ ਜ਼ਿੰਦਗੀ ਦਾ ਹਿੱਸਾ ਨੇ। ਦੁੱਖਾਂ ਵਿੱਚ ਹੀ ਮਨੁੱਖ ਚਮਕਦਾ, ਪਰ ਇਹ ਆ ਕਿ ਦੁੱਖ ਵੇਖ ਕੇ ਦਿਲ ਢਾਹ ਲੈਣਾ ਜਾਂ ਘਬਰਾ ਜਾਣਾ ਜਾਂ ਅੱਗੇ ਨਾ ਵਧਣਾ, ਡਰ ਜਾਣਾ, ਇਹ ਸਾਡੇ ਲਈ ਬੁੱਝਦਿਲੀ ਹੈ। ਸੋ ਦੁੱਖ ਨੂੰ ਜਿਹੜਾ ਵਾ ਉਹਨੂੰ ਜਰਨਾ, ਸਬਰ ਕਰਨਾ, ਹਿੰਮਤ ਰੱਖਣੀ, ਹੌਸਲਾ ਰੱਖਣਾ ਔਰ ਉਹਦਾ ਸਹੀ ਸਲਿਊਸ਼ਨ ਲੱਭਣਾ ਔਰ ਮੌਕੇ ਦੀ ਨਜਾਕਤ ਵੇਖਣੀ ਔਰ ਸਹੀ ਸਮੇਂ 'ਤੇ ਸਹੀ ਫੈਸਲੇ ਲੈਣੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇਕਰ ਅਸੀਂ ਦ੍ਰਿਸ਼ਟੀਗੋਚਰ ਆਪਣੇ ਕਰਾਂਗੇ ਅਤੇ ਦੁੱਖਾਂ ਤੋਂ ਅਸੀਂ ਨਿਵਰਤੀ ਜਿਹੜੀ ਆ ਪਾ ਸਕਦੇ ਹਾਂ। ਕਹਿਣ ਤੋਂ ਭਾਵ ਕਿ ਦੁੱਖਾਂ ਦਾ ਸਲਿਊਸ਼ਨ ਜਿਹੜਾ ਵਾ ਉਹ ਕਰ ਸਕਦੇ ਹਾਂ। ਇੱਕ ਕਹਿਣ ਤੋਂ ਮੇਰੀ ਮੁਰਾਦ ਇਹ ਆ ਕਿ ਹਰ ਦੁੱਖ ਦਾ ਕੋਈ ਨਾ ਕੋਈ ਹੱਲ ਹੁੰਦਾ। ਜਿਹੜੇ ਦੁੱਖ ਕੁਦਰਤ ਵੱਲੋਂ ਆ ਜਾਂਦੇ ਉਹਨਾਂ ਨੂੰ ਅਸੀਂ ਜਿੱਥੇ ਆਪਣਾ ਇਲਾਜ ਕਰਾਉਣਾ ਜਾਂ ਕੁਛ ਵੀ ਆ ਭਰਪਾਈ ਦਾ ਵੇ, ਜੇਕਰ ਕੋਈ ਦੁੱਖ ਇਹੋ ਜਿਹਾ ਵੀ ਆ ਗਿਆ ਜਿਹਦਾ ਅਸੀਂ ਇਲਾਜ ਨਹੀਂ ਕਰਾ ਸਕਦੇ, ਫਿਰ ਪਰਮਾਤਮਾ ਅੱਗੇ ਜਿਹੜੇ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਕਿ ਪਰਮਾਤਮਾ ਇਹਨਾਂ ਦੁੱਖਾਂ ਤੋਂ ਸਾਨੂੰ ਨਿਵਰਤੀ ਦਿਵਾ, ਯਾਨੀ ਕਿ ਇਹਨਾਂ ਨੂੰ ਕੱਟ, ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਨਹੀਂ। ਇਸ ਕਰਕੇ ਜਿਹੜੇ ਸਮਝਦਾਰ ਲੋਕ ਨੇ, ਜਿਹੜੇ ਸਮੇਂ ਦੀ ਚਾਲ ਨੂੰ ਸਮਝ ਜਾਂਦੇ ਆ, ਉਹ ਦੁੱਖਾਂ ਵਿੱਚ ਨਿਖਰ ਜਾਂਦੇ ਨੇ, ਯਾਨੀ ਕਿ ਉਹ ਉੱਭਰ ਕੇ ਸਗੋਂ ਸਾਹਮਣੇ ਆਉਂਦੇ ਆ। ਅਸੀਂ ਦੁਨਿਆਵੀ ਉਦਾਹਰਨ ਲੈ ਲੈਂਦੇ ਹਾਂ ਕਿ ਕੋਈ ਜਦੋਂ ਮੈਚ ਹੁੰਦਾ, ਕ੍ਰਿਕਟ ਦਾ ਮੈਚ ਹੀ ਲਾ ਲਓ ਜਾਂ ਕੋਈ ਵੀ ਮੈਚ ਲਾ ਲਓ, ਹਾਕੀ ਦਾ ਲਾ ਲਓ, ਜਿਹੜੇ ਖਿਡਾਰੀ ਆਪਣੀ ਵਿਕਟ 'ਤੇ ਖਲੋ ਕੇ ਅਭਿਆਸ ਕਰਦੇ ਆ, ਕਹਿਣ ਤੋਂ ਭਾਵ ਕਿ ਬੋਲਾਂ ਫੇਸ ਕਰਦੇ ਆ ਔਰ ਆਊਟ ਨਹੀਂ ਹੁੰਦੇ, ਯਾਨੀ ਕਿ ਉਹ ਆਪਣੀ ਹਿੰਮਤ ਦੇ ਨਾਲ ਚੰਗੀ ਪਾਰੀ ਖੇਡਦੇ ਆ ਅਤੇ ਸਾਰੇ ਜਿਹੜੇ ਆ ਉਸ ਖਿਡਾਰੀ ਦੀ ਸ਼ੋਭਾ ਕਰਦੇ ਆ। ਜਿੰਨੇ ਵੀ ਦਰਸ਼ਕ ਵੇਖ ਰਹੇ ਹੁੰਦੇ ਆ ਸਾਰੇ ਉਸ ਖਿਡਾਰੀ ਨੂੰ ਸ਼ਾਬਾਸ਼ ਦਿੰਦੇ ਆ, ਕਿਉਂਕਿ ਉਹਨੇ ਮੈਚ ਜਿਹੜਾ ਵਾ ਬੜੀ ਔਖੀ ਕੰਡੀਸ਼ਨ ਦੇ ਵਿੱਚੋਂ ਕੱਢ ਕੇ ਜਿੱਤ ਵਿੱਚ ਕਨਵਰਟ ਕੀਤਾ ਹੁੰਦਾ ਵਾ, ਜਿੱਤ ਹਾਸਲ ਕੀਤੀ ਹੁੰਦੀ ਆ। ਇਸੇ ਤਰ੍ਹਾਂ ਹੀ ਸਾਡੇ ਜ਼ਿੰਦਗੀ ਦੇ ਵਿੱਚ, ਘਰਾਂ ਦੇ ਵਿੱਚ ਜਿਹੜੇ ਦੁੱਖ ਮੁਸੀਬਤਾਂ ਆਉਂਦੀਆਂ, ਜੇਕਰ ਅਸੀਂ ਆਪਣੀ ਜਗ੍ਹਾ 'ਤੇ ਸਟੈਂਡ ਹੋ ਕੇ, ਕਹਿਣ ਤੋਂ ਭਾਵ ਤਗੜੇ ਹੋ ਕੇ ਮੁਸੀਬਤਾਂ ਦਾ ਸਾਹਮਣਾ ਕਰਾਂਗੇ ਅਤੇ ਮੁਸੀਬਤਾਂ ਆਪਣੇ ਆਪ ਹੀ ਸਾਡੇ ਸਾਹਮਣੇ ਗੋਡੇ ਟੇਕ ਦੇਣਗੀਆਂ। ਸੋ ਪਰਮਾਤਮਾ ਦਾ ਆਸਰਾ ਲੈ ਕੇ, ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਆਪਣੇ ਜਿਹੜੇ ਯਤਨ ਕਰਦੇ ਰਹਿਣਾ ਚਾਹੀਦਾ ਵਾ ਅਤੇ ਨਿਰਾਸ਼ਾ ਵਰਗੀ ਜਿਹੜੀ ਬਿਮਾਰੀ ਹੈ ਇਹ ਤੋਂ ਦੂਰ ਰਹਿਣਾ ਵਾ, ਕਿਉਂਕਿ ਕਈ ਲੋਕ ਵੀ ਕਈ ਵਾਰੀ ਸਾਨੂੰ ਅਕਸਰ ਪਰੇਸ਼ਾਨ ਕਰ ਦਿੰਦੇ ਦੁੱਖਾਂ ਵਿੱਚ। ਹੌਸਲਾ ਢਾਉਣ ਵਾਲੇ ਵੀ ਬੜੇ ਜਣੇ ਆਉਂਦੇ ਆ, ਕਈ ਸਾਨੂੰ ਜਿਹੜੇ ਆ ਹੌਸਲਾ ਦੇਣ ਵਾਲੇ ਵੀ ਆਉਂਦੇ ਆ। ਜਿਹੜੇ ਹੌਸਲਾ ਦੇਣ ਵਾਲੇ ਆਉਂਦੇ ਆ ਉਹ ਆਪਣੇ ਸ਼ੁਭ ਚਿੰਤਕ ਆ, ਜਾਣੇ ਕਿ ਆਪਾਂ ਨੂੰ ਸਮਝਾਉਂਦੇ ਆ ਕਿ ਤਗੜੇ ਹੋ ਕੇ ਰਹੋ, ਘਬਰਾਓ ਨਾ, ਅਸੀਂ ਤੁਹਾਡੇ ਨਾਲ ਆ। ਲੇਕਿਨ ਕੁਝ ਲੋਕ ਜਿਹੜੇ ਆ ਸਵਾਰਥੀ ਹੁੰਦੇ ਆ ਜਾਂ ਉਹੋ ਜਿਹੇ ਹੁੰਦੇ ਜਿਹੜੇ ਤਮਾਸ਼ਾ ਵੇਖਦੇ ਆ, ਉਹਨਾਂ ਨੂੰ ਆਪਾਂ ਤਮਾਸ਼ਾ ਨਹੀਂ ਵਿਖਾਉਣਾ। ਬੇਸ਼ੱਕ ਕਹਿਣਗੇ ਗਲਤ ਹੋ ਗਿਆ, ਇੰਝ ਹੋ ਗਿਆ, ਚਲੋ ਜੋ ਕੁਝ ਹੋਇਆ ਹੁੰਦਾ ਕਈ ਵਾਰੀ ਜਿਹੜਾ ਵਾ ਉਹ ਗਲਤ ਵੀ ਹੋਇਆ ਹੁੰਦਾ, ਪਰ ਇਹ ਆ ਕਿ ਜਿਹੜੀ ਚੀਜ਼ ਨੂੰ ਆਪਾਂ ਬਦਲ ਨਹੀਂ ਸਕਦੇ, ਆਪਾਂ ਹੌਸਲਾ ਰੱਖ ਕੇ, ਹਿੰਮਤ ਰੱਖ ਕੇ ਸਫਲ ਜ਼ਰੂਰ ਹੋ ਸਕਦੇ ਹਾਂ। ਸੋ ਜ਼ਿੰਦਗੀ ਵਿੱਚ ਕਿੱਡੇ ਤੋਂ ਵੱਡੇ ਦੁੱਖ ਆ ਜਾਣ, ਗੁਰੂ ਮਹਾਰਾਜ ਜਿਹੜੇ ਆ ਆਪਣੇ ਗੁਰੂ ਸਾਹਿਬਾਨ ਆ, ਉਹਨਾਂ ਨੇ ਵੀ ਆਪਣੇ ਪਿੰਡੇ ਦੇ ਦੁੱਖ ਹੰਢਾਏ, ਕਹਿਣ ਤੋਂ ਭਾਵ ਦੁੱਖਾਂ ਮੁਸੀਬਤਾਂ ਦਾ ਸਾਹਮਣਾ ਕੀਤਾ ਅਤੇ ਸਫਲ ਹੋਏ। ਇਸੇ ਤਰ੍ਹਾਂ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਕਿ ਜਿਹੜੇ ਦੁੱਖ ਆ ਇਹਨਾਂ ਗਾੜੀ ਅਸੀਂ ਹਾਰਨਾ ਨਹੀਂ, ਅਸੀਂ ਤਗੜੇ ਹੋ ਕੇ ਇਹਨਾਂ ਦਾ ਸਾਹਮਣਾ ਕਰਨਾ ਅਤੇ ਆਪਣੇ ਮਕਸਦ ਵਿੱਚ ਕਾਮਯਾਬ ਹੋਣਾ। ਸੋ ਅੱਜ ਆਪਾਂ ਇਸੇ ਵਿਸ਼ੇ 'ਤੇ ਇਸੇ ਕਰਕੇ ਵਿਚਾਰ ਕੀਤੀ ਆ ਕਿ ਕਈ ਵਾਰੀ ਕਈ ਬੰਦੇ ਦੁੱਖ ਵਿੱਚ ਟੁੱਟ ਜਾਂਦੇ ਆ, ਬਿਖਰ ਜਾਂਦੇ ਆ, ਘਬਰਾ ਜਾਂਦੇ ਆ, ਨਸ਼ੇ ਲੱਗ ਪੈਂਦੇ ਕਰਨ ਕਿ ਉਹ ਸਹਾਰਾ ਲੈਂਦੇ ਨਸ਼ਿਆਂ ਦਾ
ਜਾਂ ਹੋਰ ਕਈ ਚੀਜ਼ਾਂ ਦਾ, ਅਤੇ ਉਹ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ। ਪਰ ਕੁਝ ਲੋਕ ਇਹੋ ਜਿਹੇ ਹੁੰਦੇ ਜਿਹੜੇ ਉਸ ਸਮੇਂ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ, ਆਪਣੀ ਹੋਸ਼ ਹਵਾਸ ਵਿੱਚ ਰਹਿੰਦੇ ਆ, ਹਿੰਮਤ ਰੱਖਦੇ ਔਰ ਸਲਿਊਸ਼ਨ ਕਰਦੇ ਆ ਸਮੱਸਿਆ ਦਾ। ਦੁੱਖ ਅੱਗੇ ਢੇਰੀ ਨਹੀਂ ਹੁੰਦੇ, ਤਗੜੇ ਹੋ ਕੇ ਲੜਦੇ ਆ, ਅਤੇ ਦੁੱਖ ਜਿਹੜਾ ਕੱਟਿਆ ਜਾਂਦਾ। ਪਰਮਾਤਮਾ ਕਿਰਪਾ ਕਰਦਾ, ਮਾਲਕ ਜਿਹੜਾ ਵਾ ਉਹ ਜਾਂ ਸਾਡੇ 'ਤੇ ਮਿਹਰ ਕਰਦਾ ਵਾ, ਕਿਉਂਕਿ ਜੇ ਉਹਨੇ ਦੁੱਖ ਦਿੱਤਾ ਤਾਂ ਸੁੱਖ ਵੀ ਉਹਨੇ ਦੇਣਾ। ਸੋ ਦੁੱਖ ਸੁੱਖ ਜਿਹੜੇ ਆ ਸਾਡੇ ਜ਼ਿੰਦਗੀ ਦੇ ਕੱਪੜੇ ਆ, ਬਾਣੀ ਦਾ ਫਰਮਾਨ ਆ। ਇਹ ਅਸੀਂ ਜਿਹੜੇ ਆ ਨਾ ਚਾਹੁੰਦੇ ਹੋਏ ਵੀ ਸਾਨੂੰ ਹੰਢਾਉਣੇ ਪੈਣੇ ਆ। ਸੋ ਕਦੀ ਵੀ ਜ਼ਿੰਦਗੀ ਵਿੱਚ ਘਬਰਾਉਣਾ ਨਹੀਂ। ਡੋਂਟ ਲੂਜ਼ ਦਾ ਹਾਰਟ ਇਨ ਯੂਅਰ ਲਾਈਫ। ਮੈਂ ਇਸ ਜਿਹੜੀ ਵੀਡੀਓ ਰਾਹੀਂ ਇਹੋ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਮਹਾਨ ਲੋਕ ਹੋਏ ਆ, ਜਿੰਨੇ ਵੀ ਵੱਡੇ ਲੋਕ ਹੋਏ ਆ, ਇੱਥੋਂ ਤੱਕ ਕਿ ਗੁਰੂ ਪੀਰ ਅਵਤਾਰ ਵੀ ਹੋਏ ਜਿਹੜੇ, ਸਾਰਿਆਂ ਨੇ ਦੁੱਖਾਂ ਦਾ ਸਾਹਮਣਾ ਜਿਹੜਾ ਵਾ ਬੜੀ ਬਹਾਦਰੀ ਨਾਲ, ਦਲੇਰੀ ਨਾਲ ਕੀਤਾ ਔਰ ਜਿੱਤਾਂ ਹਾਸਲ ਕੀਤੀਆਂ, ਮੈਦਾਨ ਫਤਿਹ ਕੀਤੇ ਔਰ ਚੜ੍ਹਦੀ ਕਲਾ ਵਿੱਚ ਰਹੇ ਔਰ ਆਪਣੇ ਮਕਸਦ ਵਿੱਚ ਕਾਮਯਾਬ ਹੋਏ। ਬੜੇ ਵੱਡੇ ਤਰ੍ਹਾਂ ਦੇ ਉਹਨਾਂ ਨੂੰ ਤਸ਼ੱਦਦ ਵੀ ਕੀਤੇ ਗਏ ਉਹਨਾਂ 'ਤੇ, ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਅਤੇ ਸਾਡੇ ਦੁੱਖ ਜਿਹੜੇ ਆ ਇਹ ਤਾਂ ਉਹਨਾਂ ਦੇ ਸਾਹਮਣੇ ਜਿਹੜੇ ਕੁਛ ਵੀ ਨਹੀਂ। ਬਾਕੀ ਜੇਕਰ ਤੁਸੀਂ ਜ਼ਿੰਮੇਵਾਰੀਆਂ ਜਿਹੜੀਆਂ ਆਪਣੀਆਂ ਇਹਨਾਂ ਨੂੰ ਦੁੱਖ ਸਮਝਦੇ ਜੇ, ਇਹ ਗਲਤ ਗੱਲ ਆ। ਵੇਖੋ, ਜੇਕਰ ਆਪਾਂ ਸੰਸਾਰ ਵਿੱਚ ਰਹਿੰਦੇ ਹਾਂ, ਆਪਾਂ ਨੂੰ ਜਿਹੜਾ ਆਪਣੀ ਰੋਟੀ ਪਾਣੀ ਦਾ, ਲੀੜੇ ਕੱਪੜੇ ਦਾ, ਘਰ ਵਿੱਚ ਰਹਿਣ ਦੇ ਮਕਾਨ ਦਾ, ਸਾਰੇ ਪ੍ਰਬੰਧ ਜਿਹੜੇ ਕਰਨੇ ਪੈਣੇ ਆ। ਅਤੇ ਸਾਨੂੰ ਤਗੜੇ ਹੋ ਕੇ ਜਿਹੜੀ ਮਿਹਨਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਔਰ ਹਿੰਮਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ, ਕਹਿਣ ਤੋਂ ਭਾਵ ਕਿ ਹਿੰਮਤ ਕਰਾਂਗੇ ਅਤੇ ਸਭ ਕੁਛ ਜਿਹੜਾ ਵਾ ਉਹ ਸਾਨੂੰ ਮਿਲੂਗਾ। ਉਹ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪਹੁੰਚ, ਕਹਿਣ ਤੋਂ ਭਾਵ ਕਿ ਉਦਮ ਕਰਾਂਗੇ ਅਤੇ ਸਾਨੂੰ ਜਿਹੜਾ ਵਾ ਸਭ ਕੁਛ ਜਿਹੜਾ ਮਿਲੂਗਾ, ਪਰਮਾਤਮਾ ਕਿਰਪਾ ਕਰੂਗਾ। ਕਿਉਂਕਿ ਗੋਡ ਹੈਲਪ ਦੋਜ਼ ਵੂ ਹੈਲਪ ਦੈਮਸੈਲਵਜ਼, ਅੰਗਰੇਜ਼ੀ ਦਾ ਮੁਹਾਵਰਾ ਵਾ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਖੁਦ ਕਰਦੇ ਆ। ਸੋ ਕਹਿਣ ਤੋਂ ਭਾਵ ਮੇਰਾ ਇਹੋ ਹੀ ਹੈ, ਫਿਰ ਆਖਰ ਐਟ ਲੀਸਟ ਵੀ ਕੈਨ ਸੇ ਦੈਟ ਕਿ ਦੁੱਖਾਂ ਅੱਗੇ ਢੇਰੀ ਨਹੀਂ ਹੋਣਾ। ਅਸੀਂ ਨਿਖਰਨਾ ਵਾ, ਉੱਭਰਨਾ ਵਾ, ਤਗੜੇ ਹੋਣਾ ਵਾ ਔਰ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ ਵਿਖਾਉਣਾ ਵਾ, ਚੜ੍ਹਦੀ ਕਲਾ ਵਿੱਚ ਰਹਿਣਾ ਵਾ। ਕਿਉਂਕਿ ਜਿਹੜਾ ਵਾ ਹਰ ਇਨਸਾਨ ਬੇਸ਼ੱਕ ਪਹਿਲੇ ਸਮੇਂ ਦੇ ਵਿੱਚ ਵੀ ਜਾਂ ਹੁਣ ਦੇ ਸਮੇਂ ਵਿੱਚ ਵੀ, ਹੁਣ ਦੇ ਸਮੇਂ ਵਿੱਚ ਇਸ ਕਰਕੇ ਆਪਾਂ ਕਹਿੰਦੇ ਜ਼ਿਆਦਾ ਦੁਖੀ ਹੋ ਗਿਆ ਕਿਉਂਕਿ ਪਦਾਰਥਕ ਜਿਹੜਾ ਯੁੱਗ ਚੱਲ ਰਿਹਾ, ਮਟੀਰੀਅਲਿਸਟਿਕ ਜਿਹੜੇ ਲੋਕ ਆ ਉਹ ਪਦਾਰਥਵਾਦ ਦੀ ਦੌੜ ਵਿੱਚ ਜਿਹੜੇ ਆ ਲੱਗੇ ਹੋਏ ਆ ਅਤੇ ਰੱਬ ਨਾਲੋਂ ਹੌਲੀ ਹੌਲੀ ਟੁੱਟਦੇ ਜਾ ਰਹੇ ਆ। ਇਸ ਕਰਕੇ ਉਹ ਮਾਨਸਿਕ ਤੌਰ 'ਤੇ ਦੁਖੀ ਹੁੰਦੇ ਆ। ਪਹਿਲੇ ਲੋਕਾਂ ਦੀਆਂ ਲੋੜਾਂ ਤਾਂ ਹੁੰਦੀਆਂ ਸੀ ਇਹੋ ਹੀ, ਪਰ ਉਹ ਲੋੜਾਂ ਦੀ ਪੂਰਤੀ ਬੜੇ ਸਬਰ ਸ਼ੁਕਰ ਦੇ ਨਾਲ ਕਰਦੇ ਸੀ, ਇੱਕ ਦੂਜੇ ਦੇ ਕੰਮ ਆਉਂਦੇ ਸੀ। ਪਰ ਅੱਜ ਕੱਲ੍ਹ ਮੁਕਾਬਲੇ ਦਾ ਯੁੱਗ ਹੋ ਗਿਆ। ਹਰ ਬੰਦਾ ਇੱਕ ਦੂਜੇ ਨੂੰ ਪਿੱਛੇ ਛੱਡਣਾ ਚਾਹੁੰਦਾ ਜਾਂ ਅੱਗੇ ਲੰਘਣਾ ਚਾਹੁੰਦਾ ਵਾ। ਕਹਿਣ ਤੋਂ ਭਾਵ ਉਹ ਇਹ ਵੀ ਨਹੀਂ ਵੇਖਦਾ ਕਈ ਵਾਰੀ ਕਿਸੇ ਦਾ ਭਲਾ ਹੁੰਦਾ ਕਿ ਨੁਕਸਾਨ ਹੁੰਦਾ ਵਾ। ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋਣਾ ਚਾਹੁੰਦਾ। ਇਸੇ ਕਰਕੇ ਜਿਹੜੇ ਦੁੱਖ ਆ ਉਹ ਅੱਗੇ ਨਾਲੋਂ ਜ਼ਿਆਦਾ ਵੱਧ ਗਏ ਆ। ਪਰ ਆਪਾਂ ਉਸ ਗੁਰਬਾਣੀ ਦਾ ਆਸਰਾ ਲੈਣਾ, ਪਰਮਾਤਮਾ ਦੀ ਦਾ, ਔਰ ਆਪਣੇ ਜਿਹੜੇ ਸਹਿਯੋਗੀ ਸਾਥੀ, ਜਿਹੜੇ ਆਪਣੇ ਸ਼ੁਭ ਚਿੰਤਕ ਆ, ਜਿਨ੍ਹਾਂ ਦੇ ਆਪਾਂ ਨੂੰ ਵਿਸ਼ਵਾਸ ਆ, ਉਹਨਾਂ ਨਾਲ ਸਲਾਹ ਮਸ਼ਵਰਾ ਕਰਨਾ ਔਰ ਸਾਰਿਆਂ ਨਾਲ ਜਿਹੜਾ ਮਿਲਵਰਤਨ ਰੱਖਣਾ, ਪਿਆਰ ਰੱਖਣਾ ਔਰ ਆਪਣੇ ਜਿਹੜੇ ਦੁੱਖ ਆ ਉਹਨਾਂ ਦੀ ਸਾਨੂੰ ਆਪ ਹੀ ਹੱਲ ਕਰਨੇ ਪੈਣੇ ਆ। ਕਹਿਣ ਤੋਂ ਭਾਵ ਕਿ ਸਾਨੂੰ ਜਿਹੜਾ ਇਹ ਭਵ ਸਾਗਰ ਆਪ ਹੀ ਤਰਨਾ ਪੈਣਾ ਵਾ। ਸੋ ਦੁੱਖਾਂ ਤੋਂ ਡਰਨਾ ਨਹੀਂ, ਮੁਸੀਬਤਾਂ ਨਾਲ ਲੜਨਾ, ਤਗੜੇ ਹੋ ਕੇ ਹਿੰਮਤ ਕਰਨੀ, ਅੱਗੇ ਵਧਣਾ, ਕਮਜ਼ੋਰ ਨਹੀਂ ਪੈਣਾ, ਬੁਝਦਿਲ ਨਹੀਂ ਬਣਨਾ। ਅਤੇ ਬਾਕੀ ਇੱਕ ਗੱਲ ਹੋਰ ਮੈਂ ਕਹਾਂਗਾ, ਐਡ ਕਰਾਂਗਾ ਕਿ ਲੜਾਈ ਝਗੜੇ ਤੋਂ ਆਪਾਂ ਦੂਰ ਰਹਿਣਾ ਵਾ। ਕਿਉਂਕਿ ਲੜਾਈ ਝਗੜਾ ਜਿਹੜਾ ਹਮੇਸ਼ਾ ਹੀ ਜਿਹੜਾ ਨੁਕਸਾਨ ਕਰਦਾ ਵਾ, ਉਹਦੇ ਵਿੱਚ ਫਾਇਦਾ ਘੱਟ ਹੀ ਹੁੰਦਾ ਵਾ, ਨੁਕਸਾਨ ਹੀ ਜ਼ਿਆਦਾ ਹੁੰਦਾ। ਇਸ ਕਰਕੇ ਆਪਾਂ ਪਿਆਰ ਮੁਹੱਬਤ ਨਾਲ ਸਾਰਿਆਂ ਰਹਿਣਾ ਵਾ। ਉਸ ਪਰਮੇਸ਼ਰ 'ਤੇ ਜਿਹੜਾ ਵਾ ਭਰੋਸਾ ਰੱਖਣਾ ਵਾ। ਜਿੱਤ ਜਿਹੜੀ ਆ ਉਹ ਸਾਡੀ ਹੋਊਗੀ, ਜਾਣੀ ਕਿ ਆਪਣੀ ਸਾਰਿਆਂ ਦੀ ਹੋਊਗੀ।
ਜਿੱਤ ਵਿੱਚ ਯਕੀਨ ਰੱਖਣਾ, ਆਸ਼ਾਵਾਦੀ ਰਹਿਣਾ ਵਾ ਔਰ ਕਦੀ ਨਹੀਂ ਘਬਰਾਉਣਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਕਹਿਣ ਤੋਂ ਭਾਵ ਕਿ ਦੁੱਖ ਨੂੰ ਦੁੱਖ ਨਹੀਂ, ਇਹਨਾਂ ਨੂੰ ਜਿਹੜੇ ਜ਼ਿੰਦਗੀ ਦੇ ਵਿੱਚ ਇਹ ਆਉਂਦੇ ਰਹਿਣੇ ਆ। ਇਹ ਕੋਈ ਨਵੀਂ ਗੱਲ ਨਹੀਂ ਕਿ ਹੁਣ ਹੀ ਦੁੱਖ ਆਏ। ਅਸੀਂ ਕਹਿੰਦੇ ਹਾਂ ਪਹਿਲੇ ਜਿਹੜੇ ਸਾਡੇ ਤੋਂ ਵੱਡੇ, ਜਿਹੜੇ ਸਾਡੇ ਪੂਰਵਜ ਸੀ, ਜਿਹੜੇ ਸਾਡੇ ਪੂਰਬਲੇ ਵੱਡ ਵਡੇਰੇ ਸੀ, ਉਹ ਵੀ ਉਹਨਾਂ ਨੇ ਵੀ ਦੁੱਖ ਆਪਣੇ ਪਿੰਡੇ 'ਤੇ ਹੰਢਾਏ ਆ। ਉਹਨਾਂ ਨੇ ਵੀ ਹਲ ਵਾਏ ਆ, ਉਹਨਾਂ ਨੇ ਵੀ ਸਾਨੂੰ ਪਾਲਿਆ ਪਲੋਸਿਆ, ਸਭ ਕੁਝ ਕੀਤਾ ਸਾਡੇ ਲਈ ਉਹਨਾਂ ਨੇ। ਜਿਸ ਤਰ੍ਹਾਂ ਅਸੀਂ ਜ਼ਿੰਮੇਵਾਰੀਆਂ ਨਿਭਾਉਣੇ, ਇਸੇ ਤਰ੍ਹਾਂ ਉਹਨਾਂ ਨੇ ਵੀ ਨਿਭਾਈਆਂ ਵਾ। ਸੋ ਇਸ ਕਰਕੇ ਇਹ ਨਹੀਂ ਸਮਝਣਾ ਕਿ ਮੈਂ ਹੀ ਇਕੱਲਾ ਦੁਖੀ ਹਾਂ। ਗੁਰੂ ਸਾਹਿਬ ਨੇ ਫਰਮਾਇਆ ਵੀ ਹੈ ਕਿ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਸੋ ਇੱਕ ਵਾਰੀ ਫਿਰ ਅਸੀਂ ਇਹੋ ਗੱਲ ਰਿਪੀਟ ਕਰਦੇ ਹਾਂ ਕਿ ਦੁੱਖਾਂ ਵਿੱਚ ਆਪਾਂ ਨਿਖਰਨਾ ਵਾ। ਨਿਖਰਨ ਤੋਂ ਭਾਵ ਇਹ ਕਿ ਉੱਭਰਨਾ ਵਾ, ਤਗੜੇ ਹੋਣਾ ਵਾ, ਹੌਸਲਾ ਨਹੀਂ ਹਾਰਨਾ, ਕਮਜ਼ੋਰ ਨਹੀਂ ਪੈਣਾ, ਚੜ੍ਹਦੀ ਕਲਾ ਵਿੱਚ ਰਹਿਣਾ ਵਾ ਅਤੇ ਡਟ ਕੇ ਮੁਕਾਬਲਾ ਕਰਨਾ ਵਾ। ਹਰ ਮੁਸੀਬਤ ਦਾ ਹੌਸਲਾ ਰੱਖਣਾ ਵਾ, ਪਰਮੇਸ਼ਰ 'ਤੇ ਭਰੋਸਾ ਰੱਖਣਾ ਵਾ ਅਤੇ ਕਦੀ ਵੀ ਬਿਖਰਨਾ ਨਹੀਂ, ਜਾਣੀ ਕਿ ਟੁੱਟਣਾ ਨਹੀਂ। ਇਹ ਨਹੀਂ ਕਹਿਣਾ ਕਿ ਹੁਣ ਇਹ ਹੋ ਗਿਆ ਅਤੇ ਮੈਂ ਕੀ ਕਰਾਂ, ਹਾਏ ਰੱਬਾ ਇੰਝ ਨਾ ਹੁੰਦਾ। ਜੋ ਹੋ ਗਿਆ ਸੋ ਹੋ ਗਿਆ। ਕਹਿਣ ਤੋਂ ਭਾਵ ਕਿ ਜਿਹੜੀ ਅਸੀਂ ਚੀਜ਼ ਨੂੰ ਟਾਲ ਨਹੀਂ ਸਕਦੇ, ਜਿਹੜੀ ਚੀਜ਼ ਦਾ ਅਸੀਂ ਕਹਿਣ ਤੋਂ ਭਾਵ ਜਿਹੜੀ ਚੀਜ਼ ਜਿਹੜੀ ਆ ਜੋ ਹੋ ਗਈ, ਕੁਦਰਤੀ ਵਰਤਾਰਾ ਜਿਹੜਾ ਵਰਤ ਗਿਆ ਵਾ, ਉਹਦੇ ਅੱਗੇ ਜਿਹੜੇ ਸਾਰੀਆਂ ਸਮਝਾਂ ਫੇਲ ਹੋ ਜਾਂਦੀਆਂ। ਪਰ ਇਹ ਹੈ ਕਿ ਜੇਕਰ ਅਸੀਂ ਹੌਸਲਾ ਰੱਖੀਏ, ਹਿੰਮਤ ਰੱਖੀਏ ਅਤੇ ਦੁੱਖ ਸੁੱਖ ਜਿਹੜੇ ਆ ਇਹ ਜ਼ਿੰਦਗੀ ਦਾ ਹਿੱਸਾ ਵਾ। ਦੁੱਖ ਵੀ ਕੱਟੇ ਜਾਂਦੇ ਆ। ਜਿੱਥੇ ਅਸੀਂ ਸੁੱਖਾਂ ਨੂੰ ਮਾਣਦੇ ਹਾਂ, ਉੱਥੇ ਦੁੱਖਾਂ ਨੂੰ ਵੀ ਅਸੀਂ ਜਿਹੜਾ ਵਾ ਹੌਲੀ ਹੌਲੀ ਆਪਣਾ ਹੱਲ ਲੱਭ ਲੈਂਦੇ ਹਾਂ। ਇਹ ਸੰਸਾਰਕ ਫੇਰਾ ਆਪਣਾ, ਆਪਾਂ ਸਾਰੇ ਜਿਹੜੇ ਆ ਇੱਥੇ ਸਾਹ ਵਾਲੇ ਪ੍ਰਾਣੀ ਆ। ਕੁਝ ਟਾਈਮ ਲਈ ਆਏ, ਜਿੰਨੇ ਆਪਾਂ ਨੂੰ ਪ੍ਰਮਾਤਮਾ ਨੇ ਸਾਹ ਦਿੱਤੇ ਆ, ਸਵਾਸ ਦਿੱਤੇ ਆ। ਇਹ ਸਵਾਸ ਰੂਪੀ ਪੂੰਜੀ ਜਿਹੜੀ ਆਪਾਂ ਖਰਚ ਕੇ ਇਸ ਦੁਨੀਆ ਤੋਂ ਰੁਖਸਤ ਹੋਣਾ ਇੱਕ ਦਿਨ, ਕਿਉਂਕਿ ਹਰੇਕ ਮਨੁੱਖ ਨੇ ਇਸ ਦੁਨੀਆ ਤੋਂ ਜਾਣਾ। ਕਿ ਇਹ ਗੁਰਬਾਣੀ ਦਾ ਵੀ ਫਰਮਾਨ ਆ ਅਤੇ ਤੁਸੀਂ ਵੇਖਦੇ ਵੀ ਹੋ ਰੋਜ਼ ਕਿ ਜਿਹੜੀ ਆ ਜਨਮ ਅਤੇ ਮੌਤ ਜਿਹੜੀ ਆ ਇਹ ਪਰਮਾਤਮਾ ਦੇ ਹੱਥ ਆ। ਜਿਹੜਾ ਜਨਮਿਆ ਉਹਨੇ ਮਰਨਾ ਵੀ ਆ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਕਿ ਇਹ ਰੱਬ ਹੱਥ ਆ। ਇਸ ਵਾਸਤੇ ਇਹ ਨਹੀਂ ਸੋਚਣਾ ਕਿ ਇੰਝ ਨਾ ਹੋ ਜੇ, ਉਹ ਨਾ ਹੋ ਜੇ, ਜੋ ਹੋਣਾ ਉਹ ਹੋ ਕੇ ਰਹਿਣਾ। ਪਰ ਹਾਂ, ਜਿਹੜੀਆਂ ਗੱਲਾਂ ਸਾਡੇ ਕੋਲ, ਜਿਹੜੀਆਂ ਮੁਸੀਬਤਾਂ ਦਾ ਅਸੀਂ ਹੱਲ ਕਰ ਸਕਦੇ ਹਾਂ, ਜਿਹੜੀਆਂ ਚੀਜ਼ਾਂ ਸਾਡੇ ਹੱਥ ਵਿੱਚ ਆ, ਉਹਨਾਂ ਨੂੰ ਅਸੀਂ ਜਿਹੜਾ ਕੰਟਰੋਲ ਕਰ ਸਕਦੇ ਹਾਂ ਆਪਣੀ ਸਾਵਧਾਨੀ ਨਾਲ। ਪਰਮਾਤਮਾ ਨੇ ਸਾਨੂੰ ਬੁੱਧ ਦਿੱਤੀ ਆ, ਸ਼ਕਤੀ ਦਿੱਤੀ ਆ, ਸੋਚਣ ਸ਼ਕਤੀ ਦਿੱਤੀ ਆ। ਬਾਕੀ ਜਿਹੜੀਆਂ ਚੀਜ਼ਾਂ ਸਾਡੇ ਹੱਥ ਵੱਸ ਨਹੀਂ ਆ, ਜਿਹੜੀਆਂ ਪਰਮਾਤਮਾ ਦੇ ਹੱਥ ਵੱਸ ਆ, ਉਹਦੇ ਗੜੀ ਬੇਨਤੀ ਕਰ ਸਕਦੇ। ਗੁਰੂ ਮਹਾਰਾਜ ਸਭ ਦਾ ਭਲਾ ਕਰੀ, ਸਾਰਿਆਂ ਨੂੰ ਸਮੱਤ ਬਖਸ਼ੀ, ਚੜ੍ਹਦੀ ਕਲਾ ਵਿੱਚ ਰਹੀਏ ਅਤੇ ਜਿਹੜੇ ਦੁੱਖ ਸੁੱਖ ਆ ਤੇਰੇ, ਜਿਹੜੇ ਇਹਨਾਂ ਦਾ ਜਿਹੜਾ ਵਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਇਹਨਾਂ ਨੂੰ ਜਿਹੜਾ ਵਾ ਦੁੱਖਾਂ ਨੂੰ ਜਿੱਥੇ ਬਰਦਾਸ਼ਤ ਕਰਨਾ ਵਾ, ਸੁੱਖਾਂ ਦਾ ਆਨੰਦ ਲੈਣੇ, ਉੱਥੇ ਦੁੱਖਾਂ ਨੂੰ ਵੀ ਜਿਹੜਾ ਉੱਥੇ ਤਗੜੇ ਹੋ ਕੇ ਹੈਂਡਲ ਕਰਨਾ ਵਾ ਅਤੇ ਘਬਰਾਉਣਾ ਨਹੀਂ। ਸੋ ਦੁੱਖਾਂ ਦੇ ਵਿੱਚ ਆਪਾਂ ਨਿਖਰਨਾ ਵਾ। ਵੱਡੇ ਵੱਡੇ ਜਿਹੜੇ ਖਿਡਾਰੀ ਆ, ਵੱਡੇ ਵੱਡੇ ਜਿਹੜੇ ਮਹਾਨ, ਜਿਹੜੇ ਕੋਈ ਵੀ ਜਿਹੜੇ ਆਪਣੇ ਕਿਸੇ ਵੀ ਖੇਤਰ ਦੇ ਵਿੱਚ ਕਾਮਯਾਬ ਹੁੰਦੇ ਆ, ਸਾਰਿਆਂ ਨੇ ਜਿਹੜਾ ਦੁੱਖਾਂ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਹੁੰਦਾ ਵਾ ਔਰ ਫਿਰ ਹੀ ਉਹ ਵੱਡੇ ਬਣਦੇ ਆ। ਉਸ ਤਰ੍ਹਾਂ ਨਹੀਂ ਬਣਦੇ, ਉਹ ਇੱਕੇ ਰਾਤ ਨਹੀਂ ਬਣ ਜਾਂਦੇ। ਉਹਨਾਂ ਨੂੰ ਵੀ ਬੜਾ ਸਫ਼ਰ ਤੈਅ ਕਰਨਾ ਪੈਂਦਾ ਵਾ। ਸੋ ਹੌਲੀ ਹੌਲੀ ਜਿਹੜਾ ਵਾ ਜਦੋਂ ਅਸੀਂ ਦੁੱਖਾਂ ਦਾ ਮੁਕਾਬਲਾ ਕਰਨ ਲੱਗ ਪਾਂਗੇ ਅਤੇ ਸਾਨੂੰ ਜਾਚ ਵੀ ਆ ਜਾਂਦੀ ਫਿਰ ਦੁੱਖਾਂ ਨੂੰ ਕਿਵੇਂ ਸਹਿਣ ਕਰਨਾ ਅਤੇ ਕਿਵੇਂ ਇਹਨਾਂ ਦਾ ਸਾਹਮਣਾ ਕਰਨਾ ਵਾ। ਬਸ ਸਿਰਫ ਲੋੜ ਆ ਸਾਨੂੰ ਹੌਸਲੇ ਦੀ, ਸੰਜਮ ਦੀ, ਤਗੜੇ ਹੋ ਕੇ ਆਪਣੇ ਇਹਨਾਂ ਜਿਹੜਾ ਵਾ ਮੁਸੀਬਤਾਂ ਦਾ ਸਾਹਮਣਾ ਕਰਨਾ, ਹੱਲ ਕਰਨਾ ਵਾ ਔਰ ਅੱਗੇ ਵੱਧਦੇ ਰਹਿਣਾ ਵਾ। ਜ਼ਿੰਦਗੀ ਚੱਲਣ ਦਾ ਨਾਮ ਆ, ਚੱਲਦੇ ਰਹਿਣਾ ਵਾ ਸ਼ੁਭ ਔਰ ਸ਼ਾਮ। ਅਤੇ ਕਹਿਣ ਤੋਂ ਭਾਵ ਮੇਰੀ ਫਿਰ ਇਹੋ ਹੀ ਆ ਕਿ ਦੋਸਤੋ, ਆਪਾਂ ਜਿਹੜੇ ਸਾਰੇ ਸਕਾਰਾਤਮਕ ਸੋਚ ਰੱਖਣੀ ਆ, ਪੋਜ਼ੀਟਿਵ ਰਵੱਈਆ ਰੱਖਣਾ ਜ਼ਿੰਦਗੀ ਪ੍ਰਤੀ, ਆਸ਼ਾਵਾਦੀ ਰਹਿਣਾ ਵਾ, ਕਦੀ ਨਿਰਾਸ਼ ਨਹੀਂ ਹੋਣਾ ਜ਼ਿੰਦਗੀ 'ਚ। ਜੇ ਹਾਰ ਆ ਗਈ ਕੋਈ ਗੱਲ ਨਹੀਂ, ਉਹਦੇ ਕਾਰਨ ਜਾਣਨੇ ਆ ਕਿ ਹਾਰ ਕਿਉਂ ਹੋਈ। ਗਾਂਹ ਜਿਹੜੀ ਆ ਉਹ ਭੁੱਲਾਂ ਨਹੀਂ ਕਰਨੀਆਂ ਅਤੇ ਅੱਗੇ ਫਿਰ ਜਿੱਤ ਪ੍ਰਾਪਤ ਕਰਨੀ ਆ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਜਿਹੜੀ ਆ ਉਹ ਖਿਮਾ ਕਰਨੀ
ਕਿਉਂਕਿ ਜਦੋਂ ਆਪਾਂ ਬੋਲ ਵਿਚਾਰ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਅਕਸਰ ਕਈ ਵਾਰੀ ਵੱਧ ਘੱਟ ਲਫ਼ਜ਼ ਕਿਸੇ ਵੇਲੇ ਮੂੰਹੋਂ ਨਿਕਲ ਜਾਂਦੇ ਜਾਂ ਬੋਲ ਲੈਂਦੇ ਹਾਂ। ਪਰ ਆਪਾਂ ਜਿਹੜੀਆਂ ਸਹੀ ਗੱਲਾਂ ਉਹਨਾਂ ਨੂੰ ਜਿਹੜਾ ਆਪਾਂ ਲੈਣਾ ਵਾ, ਜਿਹੜੀਆਂ ਦੂਜਿਆਂ ਕੋਈ ਉਹੋ ਜਿਹਾ ਕੋਈ ਸ਼ਬਦ ਕੋਈ ਮੇਰੇ ਮੂੰਹੋਂ ਨਿਕਲ ਗਿਆ ਹੋਵੇ ਤਾਂ ਮੈਂ ਮਾफ़ੀ ਮੰਗਦਾ ਸਾਰਿਆਂ ਕੋਲੋਂ। ਪਰ ਆਪਾਂ ਜਿਹੜੇ ਦੋਸਤੋ, ਮੈਂ ਇਸੇ ਲਈ ਇਹ ਵੀਡੀਓ ਪਾਉਣਾ ਕਿ ਆਪਾਂ ਸਾਰੇ ਇੱਕ ਪਰਮਾਤਮਾ ਦੀ ਸੰਤਾਨ ਆ, ਸਾਰੇ ਪਿਆਰ ਨਾਲ ਰਹੀਏ ਅਤੇ ਤਗੜੇ ਹੋ ਕੇ ਰਹੀਏ। ਜਿੰਨੇ ਵੀ ਜ਼ਿੰਦਗੀ ਦੇ ਸਵਾਸ ਮਿਲੇ ਆਪਾਂ ਗੁਰੂ ਪੀਰਾਂ ਦੇ ਰਸਤੇ 'ਤੇ ਚੱਲੀਏ। ਕਹਿਣ ਤੋਂ ਭਾਵ ਉਹਨਾਂ ਦੀ ਸਿੱਖਿਆ ਦੇ ਮੁਤਾਬਕ ਆਪਣਾ ਜੀਵਨ ਜੀਏ ਅਤੇ ਗੁਰਮਰਿਆਦਾ ਦਾ ਜੀਵਨ ਜੀਏ, ਚੰਗੇ ਇਨਸਾਨ ਬਣੀਏ, ਗੁਰਮੁਖ ਬਣੀਏ। ਅਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਸੋ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।